हाँ जी डियर स्टूडेंट्स, बेटा ਆਪਾਂ ਨੇ ਕੱਲ ਲੀਨੀਅਰ ਅਲਜਬਰਾ ਦਾ ਜੋ ਲੈਕਚਰ ਕੀਤਾ ਸੀ ਉਹਦੇ ਵਿੱਚ ਆਪਾਂ ਨੇ ਲਾਸਟ ਜੋ ਕੀਤਾ ਸੀਗਾ ਉਹ ਸੀਗਾ ਉਹਦੇ ਵਿੱਚ ਪ੍ਰੋਪਰਟੀਜ਼ ਆਫ ਦ ਲੀਨੀਅਰ ਟਰਾਂਸਫੋਰਮੇਸ਼ਨ। ਠੀਕ ਹੈ, ਤੇ ਅੱਜ ਆਪਾਂ ਨੇ ਜੋ ਕਰਨਾ ਹੈ ਇਹਦੇ ਨਾਲ ਰਿਲੇਟਡ ਕੁਝ ਥਿਊਰਮਸ ਨੇ, ਜਿਹਦੇ ਵਿੱਚੋਂ ਥਿਊਰਮ ਨੰਬਰ 6 ਦਾ ਜੋ ਰਿਜ਼ਲਟ ਹੈ ਉਹ ਤੁਹਾਡੇ ਕੋਲ ਹੈਗਾ ਕਿ ਲੈਟ V and W ਵੀ ਵੈਕਟਰ ਸਪੇਸਿਸ ਓਵਰ ਦ ਸੇਮ ਫੀਲਡ F and let b1 equal to b1 b2 bn be a basis of V and let w1 w2 wn be any vectors in W, then there exists a unique linear transformation T from V to W such that T of Vi equals to Wi। मीनस कि ये कि अगर तुहाडे कोले एक V जो डोमेन वाला वैक्टर स्पेस है ਉਹਦਾ बेसिस एग्जिस्ट करता है ਤੇ ਉਹਨਾਂ ਦੇ ਕਰਸਪੋਂਡਿੰਗ ਆਪਣੇ ਕੋਲ W ਦੇ ਵਿੱਚ ਕੁਝ n ਵੈਕਟਰਸ ਐਗਜ਼ਿਸਟ ਕਰਦੇ ਆ, ਤਾਂ ਕਹਿੰਦੇ ਤੁਹਾਡੇ ਕੋਲ ਇੱਕ ਯੂਨੀਕ ਲੀਨੀਅਰ ਮੈਪਿੰਗ ਹੋਊਗੀ ਜਿਹੜੀ ਕਿ VI's ਨੂੰ WI's ਤੇ ਜਾ ਕੇ ਮੈਪ ਕਰੂਗੀ। ਤਾਂ ਹੁਣ ਇਸ ਐਕਸਰਸਾਈਜ਼ ਦੇ ਰਿਲੇਟਡ ਜਿਹੜੀਆਂ ਐਗਜ਼ਾਮਪਲਸ ਨੇ ਉਹਨਾਂ ਦੇ ਵਿੱਚ ਐਵੇਂ ਹੀ ਹੋਣਾ ਹੈ ਕਿ ਤੁਹਾਨੂੰ ਇੱਕ ਬੇਸਿਸ ਦਿੱਤਾ ਹੋਊਗਾ ਤੇ ਇੱਕ WI's ਦੇ ਵਿੱਚ ਕੁਝ ਐਲੀਮੈਂਟ ਦਿੱਤੇ ਹੋਣਗੇ, ਤੁਸੀਂ ਟਰਾਂਸਫੋਰਮੇਸ਼ਨ ਫਾਈਂਡ ਕਰਕੇ ਦੱਸਣੀ ਹੈ ਕਿ ਕਿਹੜੀ ਟਰਾਂਸਫੋਰਮੇਸ਼ਨ ਐਗਜ਼ਿਸਟ ਕਰਦੀ ਹੈ। ਠੀਕ ਹੈ ਜੀ। ਨੈਕਸਟ 7th ਥਿਊਰਮ ਦੇ ਵਿੱਚ ਰਿਜ਼ਲਟ ਹੈਗਾ ਕਿ ਅਗਰ T ਤੁਹਾਡੇ ਕੋਲ ਇੱਕ ਲੀਨੀਅਰ ਟਰਾਂਸਫੋਰਮੇਸ਼ਨ ਹੈ ਫਰੋਮ VF ਟੂ WF, ਤਾਂ ਪ੍ਰੂਫ ਕਰਨਾ ਹੈ ਕਿ ਜੇ ਤੁਹਾਡੇ ਕੋਲ V1 V2 VN ਵਾਲਾ ਸੈੱਟ ਲੀਨੀਅਰਲੀ ਡਿਪੈਂਡੈਂਟ ਹੈ ਤਾਂ ਇਹਨਾਂ ਦੀਆਂ ਜਿਹੜੀਆਂ ਇਮੇजेस ਵਾਲਾ ਸੈੱਟ ਬਣਨਾ ਉਹ ਵੀ ਲੀਨੀਅਰਲੀ ਡਿਪੈਂਡੈਂਟ ਹੀ ਹੋਊਗਾ। ठीक है जी। तो नैक्सट सैकेंड दे विच हैगा कहते इफ द वैक्टर्स v1 v2 vn बिलोंग्स टू V आर सच दैट देयर इमेजेस आर लीनियरली इंडिपेंडेंट दैन द प्री इमेजेस आर ऑल्सो लीनियरली इंडिपेंडेंट। मीनस आ गया कि अगर तुसी डोमेन दे एलीमेंट्स जिहड़े लै रहे हो डिपेंडेंट लैने हो तो उन्हां दी जिहड़ी रेंज सैट आऊगा वो भी लीनियरली डिपेंडेंट होऊगा। बट अगर तुहाडे कोले जिहड़ा रेंज वाला सैट इंडिपेंडेंट है तो उन्होंने रिगार्डिंग उन्होंने कंसर्नड जो प्री इमेज वाला सैट होगा डोमेन दे विच वो भी लीनियरली इंडिपेंडेंट सैट होगा। ठीक है, तो हुण इहदे नाल रिलेटेड फस्ट एग्जाम्पल तुहानूं दित्ती हुई है। डिस्क्राइब एक्सप्लिसिटली द लीनियर ट्रांसफॉर्मेशन T from R square to R square such that T of E1 equal to alpha beta, T of E2 equal to AB where E1 equal to 1 0 and E2 equal to 0 1 are the unit vectors। ਤੁਸੀਂ ਇਹਦੇ ਵਿੱਚ ਦੇਖੋ E1 ਤੇ E2 ਬੇਸਿਸ ਦਿੱਤੇ ਹੋਏ ਆ, ਸਟੈਂਡਰਡ ਬੇਸਿਸ ਹੈਗੇ ਆ R ਸਕੁਅਰ ਦੇ, ਤੇ ਅਲਫਾ ਬੀਟਾ ਤੇ AB ਕੋਈ ਵੀ ਦੋ ਐਲੀਮੈਂਟ ਦਿੱਤੇ ਹੋਏ ਨੇ R ਸਕੁਅਰ ਦੇ। ਤੁਸੀਂ ਇੱਥੇ ਟਰਾਂਸਫੋਰਮੇਸ਼ਨ ਫਾਈਂਡ ਕਰਕੇ ਦਿਖਾਣੀ ਹੈ। ਜਦੋਂ ਕੋਈ ਐਸਾ ਟੌਪਿਕ ਹੋਵੇ, ਐਸਾ ਐਗਜ਼ਾਮਪਲ ਆ ਜਾਵੇ ਜਿਹਦੇ ਵਿੱਚ ਤੁਹਾਨੂੰ ਇਮੇजेस ਦਿੱਤੀਆਂ ਹੋਣ 2 ਪੁਆਇੰਟਸ ਦੀਆਂ, 2 ਪੁਆਇੰਟਸ ਦੀਆਂ ਜਾਂ 3 ਪੁਆਇੰਟਸ ਦੀਆਂ, ਤਾਂ ਉੱਥੇ ਤੁਹਾਨੂੰ ਟਰਾਂਸਫੋਰਮੇਸ਼ਨ ਫਾਈਂਡ ਕਰਨ ਨੂੰ ਕਹਿਣ ਤਾਂ ਸਭ ਤੋਂ ਪਹਿਲਾ ਸਟੈਪ ਤੁਹਾਡਾ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਡੋਮੇਨ ਦੇ ਕਿਸੇ ਵੀ ਐਨੀ ਆਰਬਿਟਰੇਰੀ ਪੁਆਇੰਟ ਨੂੰ ਉਹਨਾਂ ਪੁਆਇੰਟਸ ਦੇ ਕੰਬੀਨੇਸ਼ਨ ਦੇ ਵਿੱਚ ਲਿਖਣਾ ਜਿੰਨਾ ਪੁਆਇੰਟਸ ਦੀਆਂ ਇਮੇजेस ਤੁਹਾਨੂੰ ਗਿਵਨ ਨੇ। ਜਿਵੇਂ ਹੁਣ ਇੱਥੇ E1 ਤੇ E2 ਦੀਆਂ ਇਮੇजेस ਗਿਵਨ ਨੇ, ਤੁਸੀਂ R ਸਕੁਅਰ ਦਾ ਕੋਈ ਵੀ ਆਰਬਿਟਰੇਰੀ ਪੁਆਇੰਟ ਚੱਕੋ। ਜਿਵੇਂ R ਸਕੁਅਰ ਦਾ ਕੋਈ ਵੀ ਆਰਬਿਟਰੇਰੀ ਪੁਆਇੰਟ ਲਿੱਤਾ, ਸਪੋਜ਼ XY ਬਿਲੋਂਗਸ ਟੂ R ਸਕੁਅਰ, ਤੁਸੀਂ ਇਸ XY ਨੂੰ E1 ਤੇ E2 ਦੇ ਕੰਬੀਨੇਸ਼ਨ ਦੇ ਵਿੱਚ ਲਿਖਣਾ ਹੈ। ਜਿਵੇਂ ਸਪੋਜ਼ ਕਰੋ ਤਾਂ ਫਿਰ ਉਹਨੂੰ ਆਪਾਂ X10 ਪਲੱਸ Y01 ਦੇ ਕੰਬੀਨੇਸ਼ਨ 'ਚ ਲਿਖ ਸਕਦੇ ਹਾਂ। ਠੀਕ ਹੈ, ਤਾਂ ਇਹ ਸਭ ਤੋਂ ਪਹਿਲਾਂ ਤੁਹਾਡਾ ਸਟੈਪ ਇਹ ਹੋਣਾ ਚਾਹੀਦਾ ਕਿ ਤੁਸੀਂ ਉਸ ਡੋਮੇਨ ਦੇ ਕਿਸੇ ਵੀ ਆਰਬਿਟਰੇਰੀ ਪੁਆਇੰਟ ਨੂੰ ਇਹਨਾਂ ਦੋ ਪੁਆਇੰਟਸ ਦੇ ਕੰਬੀਨੇਸ਼ਨ ਦੇ ਵਿੱਚ ਲਿਖਣਾ ਹੈ। ਇੱਥੇ ਜੋ ਵੀ ਵੈਲਿਊ ਆਊਗੀ ਉਹ ਫੀਲਡ ਨੂੰ ਬਿਲੋਂਗ ਕਰਨੀ ਚਾਹੀਦੀ ਹੈ। ਠੀਕ ਹੈ ਨਾ, ਉਹ ਫੀਲਡ ਨੂੰ ਬਿਲੋਂਗ ਕਰਨੀ ਚਾਹੀਦੀ ਹੈ। ਤੇ ਹੁਣ ਦੇਖੋ XY ਜਿਹੜੇ ਪੁਆਇੰਟਸ ਸੀ ਉਹ R ਦੇ ਹੀ ਨੇ ਨਾ ਆਪਣੇ ਕੋਲ, ਤਾਂ ਇਸ ਕਰਕੇ ਜਿਹੜਾ XY ਆ ਗਿਆ ਉਹ ਫੀਲਡ ਨੂੰ ਬਿਲੋਂਗ ਕਰਦਾ ਹੈ। ਦੈਨ ਉਸ ਤੋਂ ਬਾਅਦ ਤੁਸੀਂ ਦੋਨੋਂ ਸਾਈਡ 'ਤੇ T ਅਪਲਾਈ ਕਰ ਦੇਣਾ। ਜਦੋਂ ਦੋਨੋਂ ਸਾਈਡ 'ਤੇ T ਅਪਲਾਈ ਕਰੋਗੇ ਤਾਂ ਤੁਹਾਡੇ ਕੋਲ ਇਹ ਚੀਜ਼ ਬਣੂਗੀ प्लस Y 0 and 1। ठीक है, अच्छा T एक लीनियर ट्रांसफॉर्मेशन है तो उन्होंने तुसी एवें लिख सकते हो, मतलब T नू इस दे उपर ते इस दे उपर अलग अलग करके लिख सकते हो। तो फिर हुण जिहड़े X ते Y ने ये स्केलर्स ने तो उन्होंने आपां फील्ड चों ट्रांसफॉर्मेशन चों बाहर भी कढ सकते हैं, Y 0 T of 0 1। ठीक है, तो अच्छा आपां नू T10 की जिहड़ी वैल्यू है वो दे रखी है अल्फा बीटा, तो T01 की वैल्यू दे रखी है AB। तो इट मीनस जी ट्रांसफॉर्मेशन आ गई वो आ गई अल्फा X प्लस YA बीटा X प्लस YB, ये थोड़े कोले XY की लीनियर ट्रांसफॉर्मेशन निकल के आ गई। ठीक है जी, तो इस तरीके नाल तुसी ट्रांसफॉर्मेशनस फाइंड करनियां ने, तुसी देख भी सकते हो बुक दे विच। इस तरीके दे नाल इन्हां ने क्वेश्चन जिहड़ा हैगा वो किया होया। नैक्सट जी सैकेंड एग्जाम्पल है वो थोनों TXY फाइंड करना है। सेम जी डोमेन है अपने को R स्केयर है तो जी रेंज है वो R क्यूब के होनी चाहिए है।
ਤਾਂ ਦੇਖੋ ਆਪਣੇ ਕੋਲੇ ਜਿਹੜਾ ਕੋਡਮੇਨ ਦੇ 2 ਪੁਆਇੰਟਸ ਦਿੱਤੇ ਹੋਏ ਆ, ਇੱਕ 2 - 5, ਇੱਕ 3 ਤੇ 4। ਤੁਸੀਂ ਕੀ ਕਰਨਾ ਹੈ, ਪਹਿਲਾਂ ਆਰ ਸਕੇਅਰ ਦੇ ਕਿਸੇ ਵੀ ਆਰਬਿਟਰੇਰੀ ਪੁਆਇੰਟ ਨੂੰ 2 - 5 ਤੇ 3 4 ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਲਿਖਣਾ ਹੈ। ਦੈਨ ਫਿਰ ਬੋਥ ਸਾਈਡ ਤੇ ਜਦੋਂ ਤੁਸੀਂ ਟੀ ਅਪਲਾਈ ਕਰ ਦੋਗੇ ਤਾਂ ਤੁਹਾਡੇ ਕੋਲੇ ਰਿਕੁਆਇਰਡ ਲੀਨੀਅਰ ਟਰਾਂਸਫੋਰਮੇਸ਼ਨ ਫਾਈਂਡ ਹੋ ਜੂਗੀ। ਕਿਵੇਂ ਕਰਨਾ ਦੇਖੋ, ਬਟ ਅੱਛਾ ਇੱਕ ਗੱਲ ਹੋਰ ਇਹਦੇ ਵਿੱਚ ਇਹ ਹੈਗੀ ਹੈ ਕਿ ਜਦੋਂ ਤੁਸੀਂ ਕਿ ਕੋਈ ਵੀ ਆਰਬਿਟਰੀ ਪੁਆਇੰਟ ਲਾਓਗੇ ਹੈ ਨਾ ਆਰ ਸਕੇਅਰ ਦਾ, ਤਾਂ ਅਬ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਐਕਸ ਵਾਈ ਹੈ ਉਹਨੂੰ ਤੁਸੀਂ 2 - 5 ਤੇ 3 4 ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਲਿਖਣਾ ਹੈ ਨਾ, ਤਾਂ ਤੁਸੀਂ ਦੋਨੋਂ ਸਾਈਡ ਉਸ ਤੋਂ ਬਾਅਦ ਟੀ ਅਪਲਾਈ ਕਰ ਦੋਗੇ। ਬਟ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਇਹਨੂੰ ਇਸ ਐਲੀਮੈਂਟ ਨੂੰ ਇਹਨਾਂ ਦੋਹਾਂ ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਲਿਖਣਾ ਹੈ ਤਾਂ ਧਿਆਨ ਰੱਖਿਓ ਕਿ ਇਹ ਦੋਨੋਂ ਐਲੀਮੈਂਟਸ ਲੀਨੀਅਰਲੀ ਇੰਡੀਪੈਂਡੈਂਟ ਹੋਣੇ ਚਾਹੀਦੇ ਨੇ, ਫੇਰ ਹੀ ਬੇਸਿਸ ਬਣੂਗਾ ਨਾ। ਤਾਂ ਪਹਿਲਾਂ ਤੁਸੀਂ ਇਹਨਾਂ ਦੀ ਲੀਨੀਅਰਲੀ ਇੰਡੀਪੈਂਡੈਂਸੀ ਚੈੱਕ ਕਰਨੀ ਹੈ। ਇੰਡੀਪੈਂਡੈਂਸੀ ਚੈੱਕ ਕਰਨ ਵਾਸਤੇ ਤੁਸੀਂ ਕੀ ਕਰੋਗੇ, ਇਹਨਾਂ ਦੇ ਕੰਬੀਨੇਸ਼ਨ ਨੂੰ ਇਕੁਅਲ ਟੂ 0 ਲਓਗੇ। ਜਦੋਂ ਇਹ ਕੰਬੀਨੇਸ਼ਨ ਤਾਂ ਪ੍ਰੂਫ ਕਰਨਾ ਸਭ ਤੋਂ ਪਹਿਲਾਂ ਕਿ ਜਿਹੜਾ 2 - 5 ਤੇ 3 4 ਵਾਲਾ ਜਿਹੜਾ ਸੈੱਟ ਹੈ ਉਹ ਲੀਨੀਅਰਲੀ ਇੰਡੀਪੈਂਡੈਂਟ ਸੈੱਟ ਹੈ। ਠੀਕ ਹੈ, ਦਿਸ ਇਜ਼ ਲੀਨੀਅਰਲੀ ਇੰਡੀਪੈਂਡੈਂਟ ਸੈੱਟ। ਤਾਂ ਇਹਦੇ ਵਾਸਤੇ ਜਿਹੜੇ ਅਲਫਾ ਬੀਟਾ ਨੇ ਦੈਟ ਸ਼ੁੱਡ ਬੀ 0, ਦੋਨੋਂ 0 ਆਣੇ ਚਾਹੀਦੇ ਨੇ। ਤਾਂ ਤੁਹਾਡੇ ਕੋਲ ਇੱਥੇ ਇਕੁਏਸ਼ਨ ਬਣ ਜਾਣੀਆਂ ਇਹ ਵਾਲੀਆਂ, 2 ਇਕੁਏਸ਼ਨਸ ਬਣ ਜਾਣਗੀਆਂ ਇਹਨਾਂ ਨੂੰ ਸੋਲਵ ਕਰਕੇ। ਤੁਸੀਂ ਜਦੋਂ ਇਹਦੇ ਵਿੱਚੋਂ ਅਲਫਾ ਤੇ ਬੀਟਾ ਦੀਆਂ ਵੈਲਿਊਜ਼ ਕੱਢੋਗੇ ਤਾਂ ਦੋਨੋਂ 0 ਆ ਜਾਣਗੀਆਂ। ਸੋਲਵ ਕਰਕੇ ਦੇਖ ਲਿਓ, ਅਲਫਾ ਤੇ ਬੀਟਾ ਦੋਹਾਂ ਦੀ ਵੈਲਿਊ 0 ਆ ਜੂਗੀ ਆਪਣੇ ਕੋਲ। ਤਾਂ ਦੈਟ ਮੀਨਸ ਇਹ ਸੈੱਟ ਲੀਨੀਅਰਲੀ ਇੰਡੀਪੈਂਡੈਂਟ ਹੋ ਗਿਆ। ਦੈਨ ਉਸ ਤੋਂ ਬਾਅਦ ਹੁਣ ਤੁਸੀਂ ਐਕਸ ਵਾਈ ਨੂੰ ਐਕਸਪ੍ਰੈਸ ਕਰਨਾ ਹੈ ਇਹਨਾਂ ਦੋਨੋਂ ਐਲੀਮੈਂਟਸ ਦੇ ਕੰਬੀਨੇਸ਼ਨ ਦੇ ਵਿੱਚ। ਅੱਛਾ ਇੱਥੇ ਧਿਆਨ ਰੱਖਿਓ ਕਿ ਇਹ ਨਾ ਸੋਚਿਓ ਕਿ ਜੇ ਅਲਫਾ ਬੀਟਾ 0 ਆ ਗਿਆ ਸੀ ਤਾਂ ਇੱਥੇ 0 ਪੁੱਟ ਕਰ ਦਈਏ, ਇਹ ਅਲਫਾ ਬੀਟਾ ਹੋਰ ਨੇ ਤੇ ਉਹ ਹੋਰ ਨੇ। ਠੀਕ ਹੈ ਨਾ, ਤਾਂ ਹੁਣ ਤੁਸੀਂ ਇਹਨਾਂ ਨੂੰ ਕੰਬੀਨੇਸ਼ਨ ਦੇ ਵਿੱਚ ਲਿਖ ਸਕਦੇ ਹੋ 3 ਬੀਟਾ -5 ਅਲਫਾ + 4 ਬੀਟਾ। ਤਾਂ ਇੱਥੇ ਹੁਣ ਤੁਸੀਂ ਅਲਫਾ ਬੀਟਾ ਨੂੰ ਇਨ ਫਾਰਮ ਆਫ ਐਕਸ ਵਾਈ ਐਕਸਪ੍ਰੈਸ ਕਰੋਗੇ। ਮੀਨਸ 2 ਇਕੁਏਸ਼ਨਸ ਬਣ ਜਾਣਗੇ, 2 ਅਲਫਾ + 3 ਬੀਟਾ = x ਐਂਡ -5 ਅਲਫਾ + 4 ਬੀਟਾ = y। ਠੀਕ ਹੈ ਜੀ। ਤਾਂ ਹੁਣ ਤੁਸੀਂ ਜਦੋਂ ਅਲਫਾ ਤੇ ਬੀਟਾ ਦੀ ਵੈਲਿਊ ਇਨ ਫਾਰਮ ਆਫ ਐਕਸ ਵਾਈ ਕੱਢੋਗੇ ਤਾਂ ਅਲਫਾ ਆਊਗਾ ਤੁਹਾਡੇ ਕੋਲੇ 4x - 3y/7 ਤੇ ਬੀਟਾ ਆਊਗਾ ਤੁਹਾਡੇ ਕੋਲ 5x + 2y/- 23। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਹੁਣ ਅਲਫਾ ਬੀਟਾ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਆਉਂਦਾ ਹੈ ਨਾ, ਤਾਂ ਇਹ ਵਾਲੀਆਂ ਵੈਲਿਊਜ਼ ਤੁਸੀਂ ਆਪਣੇ ਇਹਦੇ ਵਿੱਚ ਪੁੱਟ ਕਰ ਸਕਦੇ ਹੋ। ਮੀਨਸ ਕਿ ਜਿਹੜਾ ਐਕਸ ਵਾਈ ਬਣਿਆ ਉਹ ਆ ਗਿਆ ਅਲਫਾ 2 - 5 + ਬੀਟਾ 3 4। ਦੈਨ ਉਸ ਤੋਂ ਬਾਅਦ ਤੁਸੀਂ ਦੋਨੋਂ ਸਾਈਡ ਤੇ ਟੀ ਅਪਲਾਈ ਕਰ ਦੋਗੇ। ਟੀ ਆਫ ਐਕਸ ਵਾਈ = ਟੀ ਸਕੇਲਰ ਹੈ ਇਹਨੂੰ ਬਾਹਰ ਕੱਢ ਦਾਂਗੇ ਆਪਾਂ 4x - 3y/7। ਟੀ ਆਫ -2 - 5 ਇਜ਼ -1 2 and 3 + 5x + 2y/23। ਟੀ ਆਫ 3 4 ਇਜ਼ 0 1 and 5। ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਜਿਹੜੀ ਰਿਕੁਆਇਰਡ ਲੀਨੀਅਰ ਟਰਾਂਸਫੋਰਮੇਸ਼ਨ ਹੈ ਉਹ ਆ ਜਾਊਗੀ। ਤੇ ਉਹ ਟਰਾਂਸਫੋਰਮੇਸ਼ਨ ਤੁਹਾਡੇ ਕੋਲ ਆ ਰਹੀ ਹੈ -4x + 3y। ਇਹਨੂੰ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਸੋਲਵ ਕਰ ਲੈਣਾ, ਤੁਹਾਡੀ ਬੁੱਕ ਦੇ ਵਿੱਚ ਵੀ ਸੋਲਵ ਕਰਕੇ ਦਿੱਤਾ ਹੋਇਆ ਸਾਰਾ। ਤਾਂ ਟੀ ਆਫ ਐਕਸ ਵਾਈ ਆ ਜਾਊਗਾ -4x + 3y/23, 13x - 4y/23, 37x + y/23। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਬੇਟਾ ਤੁਸੀਂ ਆਪਣੀ ਇਹ ਐਗਜ਼ਾਮਪਲ ਕਰ ਲੈਣੀ ਹੈ। ਨੈਕਸਟ ਜਿਹੜੀ ਥਰਡ ਐਗਜ਼ਾਮਪਲ ਹੈ ਉਹਦੇ ਵਿੱਚ ਵੀ ਤੁਸੀਂ ਇੱਕ ਲੀਨੀਅਰ ਟਰਾਂਸਫੋਰਮੇਸ਼ਨ ਕੱਢਣੀ ਹੈ ਜਿਹਦੇ ਵਿੱਚ 1 0 ਤੇ 0 1 ਦੀ ਇਮੇਜ ਦਿੱਤੀ ਹੋਈ ਹੈ। ਦੈਨ ਉਸ ਤੋਂ ਬਾਅਦ ਤੁਸੀਂ ਟੀ ਦੀ ਇਮੇਜਸ ਕੱਢਣੀਆਂ ਨੇ ਦਿਸ ਪੁਆਇੰਟਸ ਦੇ ਉੱਪਰ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲੀਨੀਅਰ ਟਰਾਂਸਫੋਰਮੇਸ਼ਨ ਪਤਾ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਕੋਈ ਵੀ ਪੁਆਇੰਟ ਪੁੱਟ ਕਰ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਆਪਣੇ ਕੋਲੇ 1 0 ਤੇ 0 1 ਦੀ ਇਮੇਜਸ ਦਿੱਤੀਆਂ ਹੋਈਆਂ ਨੇ ਤਾਂ ਤੁਸੀਂ ਕਿਸੇ ਵੀ ਐਲੀਮੈਂਟ ਨੂੰ 1 0 ਤੇ 0 1 ਦੇ ਕੰਬੀਨੇਸ਼ਨ ਤੇ ਬਣਾ ਕੇ ਟਰਾਂਸਫੋਰਮੇਸ਼ਨ ਕੱਢੋ। ਦੈਨ ਉਹਦੇ ਵਿੱਚ ਇਹ ਚਾਰੋਂ ਪੁਆਇੰਟ ਫਿਰ 1 ਬਾਈ 1 ਪੁੱਟ ਕਰਦੇ ਜਾਓ ਤਾਂ ਪ੍ਰੂਫ ਹੋ ਜਾਊਗਾ ਕਿ ਉਹ ਸਕੁਅਰ ਬਣ ਜਾਊਗਾ। ਜਦੋਂ ਕਿ ਡਾਇਗਨਲਸ ਦੇ ਜਿਹੜੇ ਮਿਡ ਪੁਆਇੰਟ ਅਗਰ ਉਹ ਸੇਮ ਆ ਜਾਂਦੇ ਆ ਦੈਨ ਸਕੁਅਰ ਬਣ ਜਾਂਦਾ ਹੁੰਦਾ ਨਾ ਆਪਣੇ ਕੋਲ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਤੁਸੀਂ ਟਰਾਂਸਫੋਰਮੇਸ਼ਨਸ ਫਾਈਂਡ ਕਰਨੀਆਂ ਨੇ। ਇਹਦੇ ਨਾਲ ਰਿਲੇਟਿਡ ਐਕਸਰਸਾਈਜ਼ ਜਿਹੜੀ ਹੈਗੀ ਹੈ ਉਹ ਵੀ ਤੁਹਾਡੀ ਬੁੱਕ ਦੇ ਵਿੱਚ ਦੇ ਰੱਖੀ ਹੈ, ਉਹਨੂੰ ਅੱਛੇ ਤਰੀਕੇ ਨਾਲ ਤੁਸੀਂ ਸੋਲਵ ਕਰ ਲੈਣਾ ਹੈ। ਠੀਕ ਹੈ, ਤੇ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਕੁਐਸਚਨ ਦੇ ਵਿੱਚ ਜਾਂ ਕਿਸੇ ਵੀ ਐਗਜ਼ਾਮਪਲ ਐਕਸਰਸਾਈਜ਼ ਦੇ ਕਿਸੇ ਕੁਐਸਚਨ ਦੇ ਵਿੱਚ ਤਾਂ ਤੁਸੀਂ ਨਾਲ ਦੀ ਨਾਲ ਕਲੀਅਰ ਕਰ ਲਿਆ ਕਰੋ ਬੇਟਾ। ਆਪਣੀ ਨੋਟਸ ਵਗੈਰਾ ਜਿਹੜੇ ਹੈਗੇ ਇਹਨਾਂ ਦੇ ਕਲੀਅਰ ਕਰ ਲਓ, ਕਿਉਂਕਿ ਆਪਣੇ ਜਿਹੜੇ MSTs ਨੇ ਹੁਣ ਆਪਾਂ 21 ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਠੀਕ ਹੈ, ਤੇ ਨਾਲ ਹੀ ਆਪਣੀ ਰਿਵੀਜ਼ਨ ਕੰਟੀਨਿਊ ਕਰਦੇ ਰਹੋ ਤਾਂ ਕਿ ਪ੍ਰੋਬਲਮ ਨਾ ਆਵੇ ਹੈ ਨਾ ਤੁਹਾਨੂੰ ਕੋਈ ਵੀ ਕਿਸੇ ਵੀ ਟਾਈਪ ਦੀ। ਓਕੇ।